So dear students, आज ਅਸੀਂ ਤੁਹਾਡੇ ਬੇਸਿਕਸ ਆਫ ਮੈਨੇਜਮੈਂਟ ਸਿਲੇਬਸ ਦਾ ਲਾਸਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ which is cyber security. So talking about cyber security, internet ਜਿਹੜਾ ਹੈ one of the fastest growing area ਹੈ technical infrastructure development ਦਾ। ਸੋ ਅੱਜ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀਜ਼ ਆ ਜਿਹੜੀਆਂ ਉਹ ਹਰ ਜਗ੍ਹਾ ਪ੍ਰੈਜ਼ੈਂਟ ਹੈ ਐਂਡ ਟ੍ਰੈਂਡਿੰਗ ਨੇ, ਠੀਕ ਹੈ ਜੀ, ਟੁਵਰਡਸ ਡਿਜੀਟਾਈਜੇਸ਼ਨ। ਸੋ ਜਿਹੜੀ ਡਿਮਾਂਡ ਆ ਇੰਟਰਨੈਟ ਦੀ ਐਂਡ ਕੰਪਿਊਟਰ ਕਨੈਕਟੀਵਿਟੀ ਦੀ ਉਹ ਬਹੁਤ ਡਰੈਸਟਿਕਲੀ ਇਨਕਰੀਜ਼ ਹੋ ਗਈ ਹੈ। ਜਿਹੜੀ ਇਹ ਟੈਕਨੋਲੋਜੀ ਹੈ ਇਹ ਹਰ ਪ੍ਰੋਡਕਟ ਦੇ ਵਿੱਚ ਐਂਟਰ ਕਰ ਚੁੱਕੀ ਹੈ। ਇਸ ਤੋਂ ਬਿਨਾ ਅਗਰ ਦੇਖਿਆ ਜਾਵੇ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਵੀ ਚੀਜ਼ ਪੋਸੀਬਲ ਨਹੀਂ ਹੈ ਇਨ ਟਰਮਸ ਆਫ ਡਾਟਾ, ਇਨ ਟਰਮਸ ਆਫ ਯੂਜ਼ਿੰਗ ਥਿੰਗਸ ਫॉर ਇੰਟਰਨੈਟ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਹ ਬਹੁਤ ਇੰਪੋਰਟੈਂਟ ਬਣ ਚੁੱਕੀਆਂ ਆ। ਸੋ ਇਹਦੇ ਨਾਲ ਨਾਲ ਜਿਹੜੀ ਸਾਈਬਰ ਸਿਕਿਉਰਿਟੀ ਆ ਉਹ ਵੀ ਬਹੁਤ ਇੰਪੋਰਟੈਂਟ ਆ। ਜਿਹੜੀ ਅਵੇਲੇਬਿਲਿਟੀ ਹੈ ਇੰਟਰਨੈਟ ਦੀ ਐਂਡ ਨਵੇਂ ਨੈਟਵਰਕ ਬੇਸਡ ਸਰਵਿਸਿਜ਼ ਦੀ, ਇਹ ਕੀ ਕਰਦੀਆਂ, ਇਹ ਆਫਰ ਕਰਦੀਆਂ ਨੰਬਰ ਆਫ ਐਡਵਾਂਟੇਜਸ ਸੁਸਾਇਟੀ ਨੂੰ ਇਨ ਡਿਵੈਲਪਿੰਗ ਐਂਡ ਡਿਵੈਲਪਡ ਕੰਟਰੀਜ਼। ਮੋਰ ਓਵਰ ਜਿਹੜੀ ਕੋਸਟ ਹੈ ਇੰਟਰਨੈਟ ਦੀ ਉਹ ਵੀ ਕਾਫੀ ਘੱਟ ਹੋ ਗਈ ਹੈ ਅੱਜ ਦੇ ਜ਼ਮਾਨੇ ਦੇ ਵਿੱਚ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਇਸ ਫੀਲਡ ਦੇ ਰਿਲੇਟਡ ਸਾਈਬਰ ਸਿਕਿਉਰਿਟੀ ਦੀ, ਕਿ ਸਾਈਬਰ ਸਿਕਿਉਰਿਟੀ ਕੀ ਹੈ। ਸਾਈਬਰ ਸਿਕਿਉਰਿਟੀ ਕੀ ਹੈ, ਇਹਨੂੰ ਆਪਾਂ ਯੂਜ਼ ਕਰਦੇ ਹਾਂ to refer to security offered through online services to protect from threat with the help of special equipment या फिर manpower। so cyber security ਕੀ ਹੈ, ਇਹਨੂੰ ਆਪਾਂ ਯੂਜ਼ ਕਰਦੇ ਹਾਂ to offer online services ਤਾਂ ਕਿ ਅਸੀਂ ਪ੍ਰੋਟੈਕਟ ਕਰੀਏ ਆਪਣੇ ਯੂਜ਼ਰ ਨੂੰ, ਆਪਣੇ ਕਸਟਮਰ ਨੂੰ from any kind of threat with the help of special equipments or manpower। ਸਾਈਬਰ ਸਿਕਿਉਰਿਟੀ ਕੀ ਕਰਦੀ ਹੈ, ਇਹ ਹੈਲਪ ਕਰਦੀ ਹੈ ਇਨ ਪ੍ਰੋਟੈਕਟਿੰਗ ਫਰੋਮ ਡਾਟਾ ਥੈਫਟਸ, ਮਿਸਯੂਜ਼ ਆਫ ਡਾਟਾ ਐਂਡ ਫਰੋਮ ਇੰਟਰਨੈਟ ਵਾਇਰਸ ਐਂਡ ਮਾਲਵੇਅਰਸ। ਸੋ ਇਹ ਜੋ ਸਭ ਕੰਮ ਨੇ ਇਹ ਸਾਈਬਰ ਸਿਕਿਉਰਿਟੀ ਦੇ ਕੰਮ ਨੇ। ਸਾਈਬਰ ਸਿਕਿਉਰਿਟੀ ਦੀਆਂ ਐਡਵਾਂਟੇਜਸ ਐਂਡ ਰਿਸਕ ਕੀ ਨੇ ਉਹ ਵੀ ਆਪਾਂ ਡਿਸਕਸ ਕਰ ਲੈਂਦੇ ਹਾਂ। ਇੰਟਰੋਡਕਸ਼ਨ ਆਫ ਆਈਸੀਟੀਜ਼। ਆਈਸੀਟੀ ਦਾ ਮਤਲਬ ਇਨਫੋਰਮੇਸ਼ਨ ਟੂ ਕੰਪਿਊਟਰ ਐਂਡ ਟੈਕਨੋਲੋਜੀ, ਜਾਂ ਫਿਰ ਇਹਨੂੰ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਵੀ ਕਹਿ ਦਿੰਦੇ ਆ। ਸੋ ਇਹਦੀ ਇੰਟਰੋਡਕਸ਼ਨ ਕਰਨਾ। ਐਂਡ ਇੰਟਰਨੈਟ ਹੈਜ਼ ਲੈਡ ਟੂ development of modern concept of information society and offers great opportunities। Growth of information society is accompanied by new and serious threats। The attack against information infrastructure, internet services have the potential to harm the society। ਸੋ ਇਹ ਸਭ ਜਿਹੜੀਆਂ ਚੀਜ਼ਾਂ ਨੇ ਇਹ ਸੁਸਾਇਟੀ ਨੂੰ ਹਾਰਮ ਕਰ ਸਕਦੀਆਂ ਨੇ, ਇਸ ਲਈ ਸਾਈਬਰ ਸਿਕਿਉਰਿਟੀ ਹੈ ਜਿਹੜੀ ਉਹਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ। ਆਨਲਾਈਨ ਫਰੋਡ ਕਾਫੀ ਹੋ ਰਹੇ ਆ ਅੱਜ ਕੱਲ੍ਹ, ਹੈਕਿੰਗ ਅਟੈਕਸ ਹੋ ਰਹੇ ਆ, ਕਿਸੇ ਦੀ ਈਮੇਲ ਆਈਡੀ ਹੈਕ ਹੋ ਰਹੀ ਆ, ਕਿਸੇ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਰਿਹਾ। ਇਹ ਜਿਹੜੀਆਂ ਕੁਝ ਐਗਜ਼ਾਮਪਲਸ ਨੇ ਆਫ ਕੰਪਿਊਟਰ ਰਿਲੇਟਡ ਕ੍ਰਾਈਮਸ ਜਿਹੜੀਆਂ ਕਿ ਪਰ ਡੇ ਕਾਫੀ ਅਮਾਊਂਟ ਦੇ ਵਿੱਚ ਹੁੰਦੀਆਂ ਨੇ। ਸਾਈਬਰ ਸਿਕਿਉਰਿਟੀ ਤੋਂ ਬਾਅਦ ਅਸੀਂ ਹੁਣ ਨੈਕਸਟ ਅਸੀਂ ਗੱਲ ਕਰਦੇ ਹਾਂ ਸਾਈਬਰ ਸਪੇਸ ਦੀ। ਸਾਈਬਰ ਸਪੇਸ ਕੀ ਹੈ, ਇਹ ਇੱਕ ਵਰਚੁਅਲ ਕੰਪਿਊਟਰ ਦਾ ਵਰਲਡ ਹੈ, ਠੀਕ ਹੈ ਜੀ, ਐਂਡਲੈਸ ਵਰਲਡ ਕਹਿ ਸਕਦੇ ਹਾਂ, ਜਿਹਦੀ ਕੋਈ ਬਾਉਂਡਰੀ ਨਹੀਂ, ਕੋਈ ਬਾਰਡਰ ਨਹੀਂ। ਐਂਡ ਇਜ਼ ਏ ਇਲੈਕਟ੍ਰੋਨਿਕ ਮੀਡੀਅਮ ਆਫ ਨੈਟਵਰਕਸ। ਸੋ ਇੱਕ ਮੀਡੀਅਮ ਆ, ਇੱਕ ਜ਼ਰੀਆ ਆ ਆਫ ਨੈਟਵਰਕਸ in which online communication takes place। ਅਸੀਂ ਜਿੰਨੀ ਵੀ ਕਮਿਊਨੀਕੇਸ਼ਨ ਕਰ ਰਹੇ ਹਾਂ, ਜਿੱਦਾਂ ਕਿ ਮੈਂ ਹੁਣ ਆਪਣਾ ਲੈਕਚਰ ਰਿਕਾਰਡ ਕਰ ਰਿਹਾ ਹਾਂ, ਠੀਕ ਹੈ ਜੀ, ਤੁਸੀਂ ਕਿਸੇ ਮੀਡੀਆ ਸੋਰਸ ਤੋਂ ਇਹ ਲੈਕਚਰ ਸੁਣ ਰਹੇ ਹੋ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈ ਕਿ ਇੱਕ ਵਰਚੁਅਲ ਕੰਪਿਊਟਰ ਦਾ ਵਰਲਡ ਹੈ ਜਿਹਦੇ ਵਿੱਚ ਅਸੀਂ ਕਮਿਊਨੀਕੇਸ਼ਨ ਕਰਦੇ ਹਾਂ ਇੱਕ ਦੂਸਰੇ ਦੇ ਨਾਲ, ਜਿੱਦਾਂ ਕਿ ਆਪਾਂ ਜ਼ੂਮ ਦੇ ਵਿੱਚ ਮੀਟਿੰਗਸ ਅਟੈਂਡ ਕਰਦੇ ਹਾਂ। ਇਹ ਸਾਰਾ ਕੀ ਹੈ, ਇੱਕ ਸਾਈਬਰ ਸਪੇਸ ਹੈ, ਇੱਕ ਵਰਚੁਅਲ ਵਰਲਡ ਹੈ ਜਿਹਦੇ ਥਰੂ ਅਸੀਂ ਕਮਿਊਨੀਕੇਟ ਕਰ ਪਾਉਂਦੇ ਹਾਂ ਇੱਕ ਦੂਸਰੇ ਦੇ ਨਾਲ। ਸਾਈਬਰ ਸਪੇਸ ਦੇ ਕੁਝ ਐਲੀਮੈਂਟਸ ਵੀ ਨੇ। ਉਹ ਐਲੀਮੈਂਟਸ ਕੀ ਨੇ? ਸਭ ਤੋਂ ਪਹਿਲਾ ਐਲੀਮੈਂਟ ਹੈ ਇੰਟਰਨੈਟ, ਜਿਹਦੇ ਵਿੱਚ ਅਸੀਂ ਵੈਬਸਾਈਟਸ ਨੂੰ ਦੇਖਦੇ ਹਾਂ, ਸਰਫ ਕਰਦੇ ਹਾਂ। ਕੰਪਿਊਟਰ ਦੇ ਨੈਟਵਰਕਸ,
software, data storage devices, emails, electronic devices such as mobile phones, laptops, ATM machines, etc. ਇਹ ਸਾਰੇ ਜਿਹੜੇ ਆ ਸਾਈਬਰ ਸਪੇਸ ਦੇ ਕੁਝ ਐਲੀਮੈਂਟਸ ਨੇ। So cyberspace is a borderless and complex environment that involves interaction between people, software, services, which is maintained by a worldwide distribution of information and communication technology, devices and networks. ਸਾਈਬਰ ਸਪੇਸ ਨੂੰ ਬਾਰਡਰਲੈਸ ਐਂਡ ਕੰਪਲੈਕਸ এনवायरमेंट ਕਿਉਂ ਕਿਹਾ ਗਿਆ ਹੈ? ਕਿਉਂਕਿ ਇਹਦੀ ਕੋਈ ਬਾਉਂਡਰੀ ਨਹੀਂ ਹੈ। ਆਪਾਂ ਵਰਲਡ ਦੇ ਵਿੱਚ ਕਿਸੇ ਵੀ ਏਰੀਆ ਤੋਂ ਕਿਸੇ ਦੂਸਰੀ ਕੰਟਰੀ ਦੀ ਵੈਬਸਾਈਟ ਨੂੰ ਈਜ਼ੀਲੀ ਅਸੈਸ ਕਰ ਸਕਦੇ ਹਾਂ, ਬਕਾਇਦਾ ਸਾਡੇ ਕੋਲ ਉੱਥੇ ਇੰਟਰਨੈਟ ਆਪਸ਼ਨ ਅਵੇਲੇਬਲ ਹੋਵੇ। ਸੋ ਇਸ ਲਈ ਇਹਦੀ ਕੋਈ ਬਾਉਂਡਰੀ ਨਹੀਂ ਹੈ, ਇਹਦੀ ਕੋਈ ਬਾਰਡਰ ਨਹੀਂ ਹੈ। ਸੋ ਇੱਕ ਬਹੁਤ ਜ਼ਿਆਦਾ ਕੰਪਲੈਕਸ এনवायरमेंट ਹੈ। ਸੋ ਸਾਈਬਰ ਸਪੇਸ ਤੋਂ ਬਾਅਦ ਅਸੀਂ ਨੈਕਸਟ ਗੱਲ ਕਰਦੇ ਹਾਂ ਜੀ ਸਾਈਬਰ ਲਾਅ ਦੀ। ਸੋ ਸਾਈਬਰ ਲਾਅ ਕੀ ਹੈ? ਸਾਈਬਰ ਲਾਅ ਇੱਕ ਪਾਰਟ ਆ ਓਵਰਆਲ ਲੀਗਲ ਸਿਸਟਮ ਦਾ, ਜਿਹੜਾ ਕਿ ਡੀਲ ਕਰਦਾ ਆ ਵਿਦ ਇੰਟਰਨੈਟ, ਵਿਦ ਸਾਈਬਰ ਸਪੇਸ ਐਂਡ देयर ਰਿਸਪੈਕਟਿਵ ਲੀਗਲ ਇਸ਼ੂਜ਼। ਇਹ ਕਿਸ ਚੀਜ਼ ਨੂੰ ਕਵਰ ਕਰਦਾ ਆ? ਰੀਜ਼ਨੇਬਲੀ ਇੱਕ ਬਹੁਤ ਜ਼ਿਆਦਾ ਏਰੀਆ ਕਵਰ ਕਰਦਾ ਹੈ, ਜਿਹਦੇ ਵਿੱਚ ਸੈਵਰਲ ਸਬ ਟੌਪਿਕਸ ਆਉਂਦੇ ਨੇ, ਇੰਕਲੂਡਿੰਗ ਫਰੀडम ऑफ एक्सप्रेशन, access to and usage of internet and online privacy. Generally ਜਿਹੜਾ ਸਾਈਬਰ ਲਾਅ ਹੈ, it is referred to as law of internet or IT law, ਇਹਨੂੰ IT law ਵੀ ਕਹਿੰਦੇ ਆ ਅਸੀਂ। ਅਗਰ ਆਪਾਂ ਸਿੰਪਲ ਸ਼ਬਦਾਂ ਦੇ ਵਿੱਚ ਸਮਝਣਾ ਹੈ, ਸਾਈਬਰ ਲਾਅ ਕੀ ਹੈ? ਇੱਕ ਗਵਰਨਿੰਗ ਸਾਈਬਰ ਸਪੇਸ ਦਾ ਲਾਅ ਆ। ਲਾਈਕ ਐਨੀ ਲਾਅ, ਸਾਈਬਰ ਲਾਅ ਕੀ ਹੈ? ਇਹਨੂੰ ਕਿਉਂ ਬਣਾਇਆ ਗਿਆ ਹੈ? ਟੂ ਹੈਲਪ ਦੀ ਪੀਪਲ and organization on the internet from various malicious people on the internet and to help maintain the order. अगर कोई भी इस लॉ ਨੂੰ ब्रेक करता है ਤਾਂ ਇਹ ਕੀ ਅਲਾਉ ਕਰਦਾ ਹੈ ਅਨਦਰ ਪਰਸਨ ਨੂੰ ਜਾਂ ਫਿਰ ਆਰਗੇਨਾਈਜੇਸ਼ਨ ਨੂੰ ਕਿ ਉਹ ਉਹਦੇ ਅਗੇਂਸਟ ਕੋਈ ਨਾ ਕੋਈ ਐਕਸ਼ਨ ਜ਼ਰੂਰ ਲੈ ਸਕਣ। There are very different forms of punishment depending on type of cyber law. कोई अगर किसी लॉ ਨੂੰ ब्रेक करता है सो उस लॉ के हिसाब ਦੇ ਨਾਲ ਕਾਫੀ ਸਾਰੀਆਂ ਪਨਿਸ਼ਮੈਂਟਸ ਨੇ, ਕਿਸੇ ਨੂੰ ਪੈਨਲਟੀ ਲੱਗਦੀ ਹੈ, ਕਿਸੇ ਨੂੰ ਜੇਲ੍ਹ ਵੀ ਹੋ ਸਕਦੀ ਹੈ। ਸੋ ਜਿੱਦਾਂ ਦਾ ਉਹ ਰੂਲ ਬ੍ਰੇਕ ਕਰਦੇ ਨੇ ਉਹਦੇ ਅਕੋਰਡਿੰਗ ਹੀ ਉਹਨਾਂ ਨੂੰ ਕੋਈ ਨਾ ਕੋਈ ਪਨਿਸ਼ਮੈਂਟ ਮਿਲਦੀ ਹੈ। ਅਗਰ ਕੋਈ ਆਦਮੀ ਜਾਂ ਕੋਈ ਬੰਦਾ ਕਮਿਟ ਕਰਦਾ ਹੈ ਕੋਈ ਸੀਰੀਅਸ ਅਫੈਂਸ ਨੂੰ, ਜਿੱਦਾਂ ਕਿ ਹੈਕਿੰਗ, ਅਟੈਕਿੰਗ ਅਦਰ ਪਰਸਨ ਜਾਂ ਫਿਰ ਕਿਸੇ ਵੈਬਸਾਈਟ ਨੂੰ ਕ੍ਰੈਸ਼ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਦੇ ਅਗੇਂਸਟ ਐਕਸ਼ਨ ਲੈਣ ਲਈ ਮਜਬੂਰ ਕਰ ਸਕਦੀਆਂ ਨੇ। ਸੋ ਸਾਈਬਰ ਲਾਅ ਕੀ ਆ? ਇਹ ਯੀਲਡ ਕਰਦਾ ਹੈ ਲੀਗਲ ਰੈਕੋਗਨਾਈਜੇਸ਼ਨ ਟੂ ਇਲੈਕਟ੍ਰੋਨਿਕ ਡਾਕੂਮੈਂਟਸ and a structure to support e-filing and e-commerce transactions, and also provides a legal structure to reduce check cyber crimes. ਸਾਈਬਰ ਲਾਅ ਦੇ ਵਿੱਚ ਕਿਹੜੇ ਕਿਹੜੇ ਲਾਜ਼ ਆਉਂਦੇ ਨੇ? ਸਭ ਤੋਂ ਪਹਿਲਾਂ ਆਉਂਦਾ ਸਾਈਬਰ ਕ੍ਰਾਈਮ, ਸੈਕੰਡ ਇਜ਼ ਇਲੈਕਟ੍ਰੋਨਿਕ ਐਂਡ ਡਿਜੀਟਲ ਸਿਗਨੇਚਰ, ਇੰਟੈਲੈਕਚੁਅਲ ਪ੍ਰੋਪਰਟੀ। ਸੋ ਇੰਟੈਲੈਕਚੁਅਲ ਪ੍ਰੋਪਰਟੀ ਦਾ ਅਲੱਗ ਟੌਪਿਕ ਹੈ, ਇਹਦੇ ਬਾਰੇ ਅਸੀਂ ਆਪਣੇ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਡਾਟਾ ਪ੍ਰੋਟੈਕਸ਼ਨ ਐਂਡ ਪ੍ਰਾਈਵੇਸੀ। ਸੋ ਇਹ ਸਾਰੇ ਜਿਹੜੇ ਲਾਜ਼ ਨੇ ਸਾਈਬਰ ਲਾਅ ਦੇ ਅੰਡਰ ਆਉਂਦੇ ਨੇ। ਨੈਕਸਟ ਇਜ਼ ਨੀਡ ਆਫ ਸਾਈਬਰ ਲਾਅ। ਸਾਈਬਰ ਲਾਅ ਦੀ ਸਾਨੂੰ ਕਿਉਂ ਜ਼ਰੂਰਤ ਹੈ? ਜਿਹੜੀ ਸਾਈਬਰ ਸਪੇਸ ਆ ਇਹ ਡਿਫਿਕਲਟ ਆ ਡਿਸਕ੍ਰਾਈਬ ਕਰਨ ਦੇ ਲਈ। ਕਿਉਂਕਿ ਇਹਦੀ ਕੋਈ ਬਾਉਂਡਰੀ ਨਹੀਂ ਹੈ ਸਾਈਬਰ ਸਪੇਸ ਦੀ। ਕਿਸੇ ਕੰਟਰੀ ਦਾ ਸਰਵਰ ਆ ਜਿਹੜਾ ਅਸੀਂ ਆਪਣੀ ਕੰਟਰੀ ਦੇ ਵਿੱਚ ਬੈਠ ਕੇ ਵੀ ਅਸੈਸ ਕਰ ਸਕਦੇ ਹਾਂ ਬੜੇ ਈਜ਼ੀਲੀ। ਸੈਕੰਡ ਇਜ਼ ਇਟ ਆਫਰਸ ਗ੍ਰੇਟ ਇਕਨੋਮਿਕ ਐਫੀਸ਼ੀਐਂਸੀ। ਸਾਈਬਰ ਲਾਅ ਕੀ ਆ? ਕਾਫੀ ਜ਼ਿਆਦਾ ਇਕੋਨੋਮਿਕਲੀ ਐਫੀਸ਼ੀਐਂਟ ਨਿਕਲ ਕੇ ਆਉਂਦਾ ਆ। ਵਿਦਾਊਟ ਸਾਈਬਰ ਲਾਅ ਅਸੀਂ ਇੰਨੀ ਜ਼ਿਆਦਾ ਐਫੀਸ਼ੀਐਂਸੀ ਨਹੀਂ ਨਿਕਾਲ ਸਕਦੇ ਇਨ ਟਰਮਸ ਆਫ ਪ੍ਰੋਡਕਟਿਵਿਟੀ ਜਾਂ ਫਿਰ ਇਨ ਟਰਮਸ ਆਫ ਡਾਟਾ ਸੇਵਿੰਗ। ਸਾਈਬਰ ਸਪੇਸ ਹੈ ਜਿਹੜੀ ਇੱਕ ਕੰਪਲੀਟ ਡਿਸਰਿਸਪੈਕਟ ਵੀ ਆ ਫॉर ਇੰਟਰਨੈਸ਼ਨਲ ਬਾਉਂਡਰੀਜ਼। ਮੈਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਵੀ ਕੰਪਲੀਟ ਡਿਸਰਿਸਪੈਕਟ ਕੀਤਾ ਆ ਵੀ ਅਸੀਂ ਕਿਸੇ ਵੀ ਕੰਟਰੀ ਦੇ ਸਰਵਰ ਦੇ ਵਿੱਚ ਜਾ ਕੇ ਉਹਨਾਂ ਦੀ ਵੈਬਸਾਈਟ ਨੂੰ ਯੂਜ਼ ਕਰ ਸਕਦੇ ਹਾਂ। ਸੋ ਸਾਈਬਰ ਸਪੇਸ ਦੇ ਵਿੱਚ ਕੋਈ ਬਾਉਂਡਰੀਜ਼ ਨਹੀਂ ਹੁੰਦੀਆਂ।
ਜੋ ਚੀਜ਼ ਇੰਟਰਨੈਟ ਤੇ ਅਵੇਲੇਬਲ ਹੈ, ਚਾਹੇ USA, ਚਾਹੇ ਇੰਗਲੈਂਡ ਦੀ, ਚਾਹੇ ਕਿਸੇ ਹੋਰ ਕੰਟਰੀ ਦੀ, ਆਪਾਂ ਉਹਨੂੰ ਈਜ਼ੀਲੀ ਇੰਟਰਨੈਟ ਦੇ ਥਰੂ ਅਸੈਸ ਕਰ ਸਕਦੇ ਹਾਂ। ਠੀਕ ਹੈ ਜੀ। ਸੋ ਸਾਈਬਰ ਸਪੇਸ ਕੀ ਕ੍ਰੀਏਟ ਕਰਦੀ ਆ? ਮੋਰਲ, ਸਿਵਲ ਐਂਡ ਕ੍ਰਿਮੀਨਲ ਨੋਰਮਸ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀ ਸਾਈਬਰ ਸਪੇਸ ਆ ਉਹ ਕ੍ਰੀਏਟ ਕਰਦੀ ਆ। ਇੰਪੋਰਟੈਂਸ ਕੀ ਹੈ ਸਾਈਬਰ ਲਾਅ ਦੀ, ਹੁਣ ਉਹ ਡਿਸਕਸ ਕਰਦੇ ਆ। ਸਾਈਬਰ ਲਾਅ ਕੀ ਕਰਦਾ ਹੈ? ਕੀਪਸ ਐਨ ਆਈ ਔਨ ਆਲ ਦੀ ਐਕਟੀਵਿਟੀਜ਼। ਜਿੰਨੀਆਂ ਵੀ ਐਕਟੀਵਿਟੀਜ਼ ਹੋ ਰਹੀਆਂ ਆ ਇੰਟਰਨੈਟ ਦੇ ਉੱਪਰ, ਇਹ ਸਾਰੀਆਂ ਐਕਟੀਵਿਟੀਜ਼ ਨੂੰ ਕੋਈ ਨਾ ਕੋਈ ਅਥਾਰਟੀ ਆ ਜਿਹੜੀ ਉਹ ਦੇਖ ਰਹੀ ਹੈ। ਈਵਨ ਤੁਸੀਂ ਗੂਗਲ ਤੇ ਆਪਣਾ ਕੋਈ ਸਰਚ ਵੀ ਕਰਦੇ ਹੋ ਡੇਲੀ, ਉਹ ਵੀ ਕੋਈ ਨਾ ਕੋਈ ਅਥਾਰਟੀ ਜ਼ਰੂਰ ਉਹਨੂੰ ਮੋਨੀਟਰ ਕਰਦੀ ਹੈ, ਟਰੈਕ ਕਰਦੀ ਹੈ ਐਂਡ ਦੇਖਦੀ ਹੈ ਕੋਈ ਸਸਪੀਸ਼ੀਅਸ ਐਕਟੀਵਿਟੀ ਤਾਂ ਨਹੀਂ ਹੋ ਰਹੀ ਗੂਗਲ ਤੇ ਜਾਂ ਫਿਰ ਇੰਟਰਨੈਟ ਦੇ ਵਿੱਚ ਥਰੂ ਅ ਪਾਰਟੀਕੂਲਰ ਡਿਵਾਈਸ, ਕਿਉਂਕਿ ਅੱਜ ਕੱਲ੍ਹ ਸਾਰੀਆਂ ਚੀਜ਼ਾਂ ਟਰੈਕ ਹੋ ਜਾਂਦੀਆਂ ਈਜ਼ੀਲੀ। ਨੈਕਸਟ ਇਜ਼ ਮੋਨੀਟਰਸ ਐਵਰੀ ਐਕਸ਼ਨ ਇਨ ਸਾਈਬਰ ਸਪੇਸ। ਸੋ ਹਰ ਐਕਸ਼ਨ ਨੂੰ ਮੋਨੀਟਰ ਕਰਦਾ ਆ ਸਾਈਬਰ ਲਾਅ। ਡੀਲਸ ਵਿਦ ਕੰਪਿਊਟਰ ਹੈਕਰਸ, ਪ੍ਰੋਟੈਕਟਸ ਦੀ ਪ੍ਰਾਈਵੇਸੀ ਆਫ ਇੰਡੀਵਿਜੂਅਲਸ, protects freedom of speech, expression, and right to information. Next is advantages and disadvantages of social media. ਸੋ ਐਡਵਾਂਟੇजेस ਦੀ ਗੱਲ ਕਰਦੇ ਹਾਂ। ਐਜੂਕੇਸ਼ਨਲ ਪ੍ਰੋਸੈਸ ਲਈ ਸੋਸ਼ਲ ਮੀਡੀਆ ਬਹੁਤ ਅੱਛੀ ਚੀਜ਼ ਹੈ। ਸੋ ਸੋਸ਼ਲ ਮੀਡੀਆ ਦੀ ਹੈਲਪ ਦੇ ਨਾਲ ਆਪਾਂ ਐਜੂਕੇਸ਼ਨਲ ਵਾਈਜ਼ ਕਾਫੀ ਐਕਟਿਵ ਰਹਿ ਸਕਦੇ ਹਾਂ। ਵਰਲਡ ਵਾਈਡ ਕਨੈਕਟੀਵਿਟੀ, ਆਪਾਂ ਇੰਡੀਆ ਦੇ ਵਿੱਚ ਬੈਠ ਕੇ USA, ਇੰਗਲੈਂਡ ਹਰ ਜਗ੍ਹਾ ਆਪਣੀ ਕਨੈਕਟੀਵਿਟੀ ਬਣਾ ਸਕਦੇ ਹਾਂ। ਆਨਲਾਈਨ ਡਿਜੀਟਲ ਮਾਰਕੀਟਿੰਗ। ਡਿਜੀਟਲ ਮਾਰਕੀਟਿੰਗ ਦਾ ਮਤਲਬ ਕੀ ਹੈ? ਅਸੀਂ ਆਪਣਾ ਕੋਈ ਪ੍ਰੋਡਕਟ ਤਿਆਰ ਕੀਤਾ ਹੈ, ਸਾਡਾ ਕੋਈ ਬਿਜ਼ਨਸ ਆ, ਅਸੀਂ ਆਪਣੇ ਬਿਜ਼ਨਸ ਨੂੰ ਲੋਕਲੀ ਤੋਂ ਵਰਲਡ ਵਾਈਡ ਐਕਸਪੈਂਡ ਕਰਨਾ ਚਾਹੀਏ ਤਾਂ ਡਿਜੀਟਲ ਮਾਰਕੀਟਿੰਗ ਦੇ ਥਰੂ ਕਰ ਸਕਦੇ ਹਾਂ। ਇਨਫੋਰਮੇਸ਼ਨ ਸਪਰੈਡਸ ਫਾਸਟ। ਸੋਸ਼ਲ ਮੀਡੀਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਨਫੋਰਮੇਸ਼ਨ ਬਹੁਤ ਫਾਸਟ ਫੈਲਦੀ ਹੈ। ਨੋਬਲ ਕੋਜ਼ ਦੇ ਲਈ ਵੀ ਆਪਾਂ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਯੂਜ਼ ਕਰਦੇ ਹਾਂ। ਅੱਜ ਕੱਲ੍ਹ ਕਾਫੀ NGOs ਨੇ ਜਿਹੜੀਆਂ ਸੋਸ਼ਲ ਮੀਡੀਆ ਦੀ ਹੈਲਪ ਲੈ ਕੇ ਇੱਕ ਨੋਬਲ ਕੋਜ਼ ਦੇ ਲਈ ਐਕਟਿਵ ਨੇ। ਅਵੇਅਰਨੈਸ, ਸੋ ਸੋਸ਼ਲ ਮੀਡੀਆ ਦੇ ਨਾਲ ਅਵੇਅਰਨੈਸ ਰਹਿੰਦੀ ਹੈ। ਅੱਜ ਕੱਲ੍ਹ ਟ੍ਰੈਂਡਿੰਗ ਦੇ ਵਿੱਚ ਕਿਹੜਾ ਟੌਪਿਕ, ਕਿਹੜਾ ਕੰਟਰੋਡਿਕਸ਼ਨ ਜਿਹੜਾ ਚੱਲ ਰਿਹਾ ਹੈ। ਇੰਪਰੂਵ ਬਿਜ਼ਨਸ ਰੈਪੂਟੇਸ਼ਨ। ਬਿਜ਼ਨਸ ਦੀ ਜਿਹੜੀ ਰੈਪੂਟੇਸ਼ਨ ਆ ਸੋਸ਼ਲ ਮੀਡੀਆ ਦੇ ਨਾਲ ਕਾਫੀ ਇੰਪਰੂਵ ਹੁੰਦੀ ਹੈ। ਡਿਸਐਡਵਾਂਟੇजेस ਵੀ ਨੇ। ਪ੍ਰਾਈਵੇਸੀ ਪ੍ਰੋਬਲਮਸ, ਤੁਹਾਡੀ ਜਿਹੜੀ ਪ੍ਰਾਈਵੇਸੀ ਆ ਪ੍ਰਾਈਵੇਟ ਨਹੀਂ ਰਹਿੰਦੀ, ਸੋ ਉਹ ਪਬਲਿਕ ਹੋ ਜਾਂਦੀ ਹੈ। ਸਾਈਬਰ ਬੁਲਿੰਗ, ਕਈ ਲੋਕ ਨੇ ਜਿਹੜੇ ਫੇਕ ਆਈਡੀਜ਼ ਬਣਾ ਕੇ ਕਿਸੇ ਨੂੰ ਬੁਲੀ ਕਰਨ ਦੀ ਕੋਸ਼ਿਸ਼ ਕਰਦੇ ਆ, ਹੈਕ ਕਰਨ ਦੀ ਕੋਸ਼ਿਸ਼ ਕਰਦੇ ਆ। ਐਡਿਕਸ਼ਨ ਬਣ ਜਾਂਦੀ ਹੈ ਸੋਸ਼ਲ ਮੀਡੀਆ ਦੀ। ਹੁਣ ਅੱਜ ਦੇ ਟਾਈਮ ਦੇ ਵਿੱਚ ਜਦੋਂ ਤੋਂ ਐਂਡਰੋਇਡ ਦਾ ਏਰਾ ਸਟਾਰਟ ਹੋਇਆ ਸੀਗਾ, ਉਸ ਤੋਂ ਬਾਅਦ ਤੁਸੀਂ ਵੀ ਨੋਟ ਕੀਤਾ ਹੋਏਗਾ ਕਿ ਜਿਹੜੀ ਮੋਬਾਈਲ ਦੀ ਯੂਸੇਜ ਹੈ ਉਹ ਸਾਡੀ ਕਾਫੀ ਜ਼ਿਆਦਾ ਇੰਕਰੀਜ਼ ਹੋ ਗਈ ਹੈ। 5 ਮਿੰਟ ਤੋਂ ਜ਼ਿਆਦਾ, ਕਈਆਂ ਨੂੰ ਇੰਨੀ ਜ਼ਿਆਦਾ ਹੈਬਿਟ ਹੋ ਗਈ ਹੈ ਵੀ 5 ਮਿੰਟ ਤੋਂ ਜ਼ਿਆਦਾ ਆਪਣੇ ਫੋਨ ਤੋਂ ਦੂਰ ਨਹੀਂ ਰਹਿ ਸਕਦੇ। ਸੋ ਇਹ ਇੱਕ ਐਡਿਕਸ਼ਨ ਹੈ ਜਿਹੜੀ ਕ੍ਰੀਏਟ ਹੋ ਚੁੱਕੀ ਹੈ। ਇਹ ਇੱਕ ਐਜ਼ ਏ ਡਿਸਐਡਵਾਂਟੇਜ ਹੈ ਜੋ ਸਾਨੂੰ ਰੀਅਲ ਵਰਲਡ ਤੋਂ ਅਲੱਗ ਕਰਦੀ ਆ। ਸੋ ਅਸੀਂ ਇੱਕ ਵਰਚੁਅਲ ਵਰਲਡ ਦੇ ਵਿੱਚ ਜੀ ਰਹੇ ਹਾਂ ਬਾਈ ਯੂਜ਼ਿੰਗ ਆਵਰ ਡਿਵਾਈਸਿਸ ਐਂਡ ਸੋਸ਼ਲ ਮੀਡੀਆ। ਨੈਕਸਟ ਐਂਡ ਲਾਸਟ ਇਜ਼ ਫਰॉड्स ਐਂਡ ਸਕੈਮ। ਅੱਜ ਕੱਲ੍ਹ ਕਾਫੀ ਫਰॉड्स ਐਂਡ ਸਕੈਮਸ ਵੀ ਚੱਲ ਰਹੇ ਆ। ਮੈਸੇਜ ਆਉਂਦਾ ਹੈ ਯੂ ਹੈਵ ਵਨ ਸੋ ਮੈਨੀ ਰੁਪੀਜ਼ ਐਂਡ ਤੁਸੀਂ ਆਪਣੀਆਂ ਡਿਟੇਲ ਸਾਨੂੰ ਫੋਰਵਰਡ ਕਰੋ, ਅਕਾਊਂਟ ਨੰਬਰ ਭੇਜੋ। ਬਟ ਇਹ ਕੀ ਹੈ? ਇੱਕ ਫਰॉड ਹੈ, ਇੱਕ ਸਕੈਮ ਹੈ ਜਿਹੜਾ ਐਜ਼ ਅ ਡਿਸਐਡਵਾਂਟੇਜ ਵੀ ਹੈ ਸੋਸ਼ਲ ਮੀਡੀਆ ਦੇ ਵਿੱਚ। ਸੋ ਸਟੂਡੈਂਟਸ, ਇਹ ਸੀ ਤੁਹਾਡੇ ਅੱਜ ਦੇ ਟੌਪਿਕ ਜਿਹਦੇ ਵਿੱਚ ਅਸੀਂ ਡਿਸਕਸ ਕੀਤਾ ਅਬਾਊਟ ਸਾਈਬਰ ਸਿਕਿਉਰਿਟੀ। ਸਾਈਬਰ ਸਿਕਿਉਰਿਟੀ ਕੀ ਹੈ, ਇਹਦੀ ਇੰਟਰੋਡਕਸ਼ਨ ਦੇਖੀ, ਸੁਣੀ, ਐਂਡ ਉਸ ਤੋਂ ਬਾਅਦ ਅਸੀਂ ਸਮਝਿਆ ਕਿ ਸਾਈਬਰ ਸਪੇਸ ਕੀ ਹੈ, ਸਾਈਬਰ ਸਪੇਸ ਦੇ ਐਲੀਮੈਂਟਸ ਕਿਹੜੇ ਕਿਹੜੇ ਨੇ, ਸਾਈਬਰ ਲਾਅਸ ਕੀ ਨੇ, ਕਿਉਂ ਇਹਨਾਂ ਨੂੰ ਬਣਾਇਆ ਗਿਆ ਹੈ। ਉਸ ਤੋਂ ਬਾਅਦ ਅਸੀਂ ਸਟੱਡੀ ਕੀਤਾ ਕਿ ਸਾਈਬਰ ਲਾਅ ਦੀ ਸਾਨੂੰ ਕਿਉਂ ਜ਼ਰੂਰਤ ਪਈ, ਇਹਦੀ ਇੰਪੋਰਟੈਂਸ ਕੀ ਹੈ, ਐਂਡ ਸੋਸ਼ਲ ਮੀਡੀਆ ਦੇ ਐਡਵਾਂਟੇजेस ਐਂਡ ਡਿਸਐਡਵਾਂਟੇजेस ਕੀ ਨੇ। ਆਪਣੇ ਨੈਕਸਟ ਲੈਕਚਰ ਦੇ ਵਿੱਚ ਅਸੀਂ ਸਾਈਬਰ ਲਾਅ ਦੇ ਕੁਝ ਐਲੀਮੈਂਟਸ ਨੇ ਜਿਨ੍ਹਾਂ ਨੂੰ ਡਿਸਕਸ ਕਰਾਂਗੇ। ਸੋ ਥੈਂਕ ਯੂ।